स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਇੱਕ ਅਹਿਮ ਜਾਣਕਾਰੀ ਇੱਕ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਜਿਵੇਂ ਜਿਵੇਂ ਤੁਸੀਂ ਖਬਰਾਂ ਸੁਣ ਰਹੇ ਹੋ ਬਾਕੀ ਸੂਬਿਆਂ ਦੀਆਂ, ਭਾਵੇਂ ਉਹ ਦਿੱਲੀ ਦੀ ਹੋਵੇ, ਚੰਡੀਗੜ੍ਹ ਦੀ ਹੋਵੇ ਜਾਂ ਹਰਿਆਣਾ ਦੀ ਹੋਵੇ, ਕਿ ਓਮਿਕਰੋਨ ਨੂੰ ਲੈ ਕੇ, ਕਰੋਨਾ ਦੇ ਇੱਕ ਨਵੇਂ ਵੇਰੀਐਂਟ ਨੂੰ ਲੈ ਕੇ ਸਰਕਾਰਾਂ ਸਖਤ ਹੋ ਰਹੀਆਂ ਨੇ। ਉਸੇ ਹੀ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੀ ਸਖਤ ਹੁੰਦੀ ਦਿਖਾਈ ਦੇ ਰਹੀ ਹੈ। ਦਿੱਲੀ ਸਰਕਾਰ ਵੱਲੋਂ ਤਾਂ ਬਹੁਤ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ, ਪਰ ਉਸ ਤੋਂ ਥੋੜ੍ਹੀਆਂ ਜਿਹੀਆਂ ਘੱਟ ਪਾਬੰਦੀਆਂ ਜਿਹੜੀਆਂ ਪੰਜਾਬ ਸਰਕਾਰ ਲਗਾਉਣ ਜਾ ਰਹੀ ਹੈ। ਤਫਸੀਲ ਦੇ ਨਾਲ ਇੱਕ ਇੱਕ ਕਰਕੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਬੜੀ ਅਹਿਮ ਭਰਪੂਰ ਜਾਣਕਾਰੀ ਹੈ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਇਹ ਮੁਕੰਮਲ ਜਾਣਕਾਰੀ ਪਹੁੰਚ ਜੇ ਤੇ ਲੋਕ ਖੱਜਲ ਖੁਆਰ ਹੋਣੋਂ ਬਚ ਜਾਣ। ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ, ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਗਈਆਂ ਨੇ। ਜਨਤਕ ਥਾਵਾਂ ਤੇ ਫੁੱਲੀ ਵੈਕਸੀਨੇਟਡ ਲੋਕਾਂ ਨੂੰ ਜਾਣ ਦੀ ਮਨਜ਼ੂਰੀ ਹੋਵੇਗੀ। ਜੇ ਤੁਹਾਡੇ ਦੋਵੇਂ ਡੋਜ਼ ਨਹੀਂ ਲੱਗੀਆਂ ਹੋਈਆਂ ਤਾਂ ਤੁਸੀਂ ਜਨਤਕ ਥਾਵਾਂ ਤੇ ਨਹੀਂ ਜਾ ਪਾਓਗੇ। ਸਿਰਫ ਜਨਤਕ ਥਾਵਾਂ ਤੇ ਉਹੀ ਲੋਕ ਜਾ ਪਾਣਗੇ ਜਿਨ੍ਹਾਂ ਨੂੰ ਦੋਵੇਂ ਡੋਜ਼ਸ ਲੱਗੀਆਂ ਹੋਈਆਂ ਨੇ, ਜਾਂ ਫਿਰ ਕਿਸੇ ਨੇ ਇੱਕ ਡੋਜ਼ ਲਗਵਾਈ ਹੋਈ ਹੈ ਤੇ ਉਹਦਾ ਹਜੇ ਟਾਈਮ ਪੂਰਾ ਨਹੀਂ ਹੋਇਆ ਕਿ ਉਹ ਦੂਜੀ ਡੋਜ਼ ਲਗਵਾ ਸਕੇ, ਉਹ ਵੀ ਜਾ ਸਕੇਗਾ। ਪਰ ਉਸ ਨੂੰ ਵੀ ਸਬੂਤ ਦਿਖਾਉਣਾ ਪਏਗਾ ਕਿ ਮੇਰੇ ਇੱਕ ਡੋਜ਼ ਲੱਗ ਗਈ ਹੈ, ਦੂਜੀ ਡਿਊ ਹੈ, ਉਹ 84 ਦਿਨ ਦਾ ਟਨਿਓਰ ਟਾਈਮ ਹੈ ਜਿਹੜਾ ਉਹ ਪੂਰਾ ਨਹੀਂ ਹੋਇਆ, ਤਾਂ ਕਰਕੇ ਤੁਸੀਂ ਜਾ ਸਕਦੇ ਹੋ। ਇਹ ਇਸ ਤੋਂ ਇਲਾਵਾ ਹੋਰ ਅਹਿਮ ਜਾਣਕਾਰੀਆਂ ਕੀ ਨੇ? ਸਿਹਤ ਪ੍ਰੋਟੋਕਾਲ ਦੇ ਮੁਤਾਬਕ ਜਿਨ੍ਹਾਂ ਦੀ ਹਾਲੇ ਦੂਜੀ ਕਰੋਨਾ ਵੈਕਸੀਨ ਦੀ ਡੋਜ਼ ਡਿਊ ਨਹੀਂ ਹੈ ਉਹ ਜਨਤਕ ਥਾਵਾਂ ਤੇ ਜਾ ਸਕਦੇ ਨੇ। ਪੰਜਾਬ ਦੇ ਜਿੰਨੇ ਵੀ ਚੰਡੀਗੜ੍ਹ ਦੇ ਵਿੱਚ ਸਰਕਾਰੀ ਦਫ਼ਤਰ ਨੇ, ਬੋਰਡ ਨੇ, ਉਹਨਾਂ ਸਾਰੇ ਹੀ ਥਾਵਾਂ ਦੇ ਉੱਤੇ, ਜਿੰਨੇ ਵੀ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰ ਨੇ, ਉਹਨਾਂ ਸਾਰੇ ਹੀ ਥਾਵਾਂ ਤੇ ਮੁਲਾਜ਼ਮਾਂ ਦੇ ਲਈ ਫੁੱਲੀ ਵੈਕਸੀਨੇਟਡ ਹੋਣ ਦੀ ਜ਼ਰੂਰਤ ਪਏਗੀ। ਜਿਨ੍ਹਾਂ ਨੂੰ ਦੋਵੇਂ ਡੋਜ਼ਸ ਲੱਗੀਆਂ ਹੋਣਗੀਆਂ ਮੁਲਾਜ਼ਮਾਂ ਨੂੰ, ਉਹੀ ਉੱਥੇ ਜਾ ਪਾਣਗੇ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਤਨਖਾਹ ਵੀ ਉਹਨਾਂ ਨੂੰ ਦੇਵਾਂਗੇ ਜਿਨ੍ਹਾਂ ਨੇ ਦੋਵੇਂ ਡੋਜ਼ਸ ਲਗਵਾਈਆਂ ਹੋਈਆਂ ਨੇ। ਇਸ ਤੋਂ ਇਲਾਵਾ ਹੋਟਲ, ਬਾਰ, ਮਾਲ, ਸ਼ਾਪਿੰਗ ਮਾਲ, ਸਿਨੇਮਾ ਹਾਲ, ਜਿਮ ਤੇ ਫਿਟਨੈਸ ਸੈਂਟਰਾਂ ਦੇ ਵਿੱਚ ਵੀ ਕਰੋਨਾ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਜ਼ਰੂਰੀ ਨੇ। ਯਾਨੀ ਕਿ ਮੁਕੰਮਲ ਤੌਰ ਤੇ ਪੰਜਾਬ ਦੇ ਜਿਹੜੇ ਮਰਜ਼ੀ ਤੁਸੀਂ ਹਿੱਸੇ ਦੇ ਵਿੱਚ ਜਾਣਾ ਹੈ, ਕਿਸੇ ਵੀ ਪਬਲਿਕ ਪਲੇਸ ਦੇ ਵਿੱਚ ਜਾਣਾ ਤੁਸੀਂ ਤਾਂ ਹੀ ਜਾ ਸਕਦੇ ਹੋ, ਤੁਹਾਡੇ ਦੋਵੇਂ ਡੋਜ਼ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਕਿਉਂਕਿ ਪੰਜਾਬ ਸਰਕਾਰ ਹੁਣ ਸਖਤੀ ਕਰਨ ਜਾ ਰਹੀ ਹੈ। ਆਪਣੇ ਸਿਹਤ ਮੁਲਾਜ਼ਮ ਉੱਥੇ ਖੜੇ ਕਰਨਗੇ। ਤੁਹਾਡੇ ਕੋਲ ਦੋ ਆਪਸ਼ਨ ਹੋਣਗੇ ਇਹ ਦਿਖਾਉਣ ਦੇ ਲਈ ਕਿ ਤੁਹਾਨੂੰ ਦੋਵੇਂ ਡੋਜ਼ਸ ਲੱਗੀਆਂ ਹੋਈਆਂ ਨੇ। ਇੱਕ ਤਾਂ ਆਪਣੇ ਫੋਨ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ ਸਰਟੀਫਿਕੇਟ। ਜਦੋਂ ਤੁਹਾਨੂੰ ਦੋਵੇਂ ਡੋਜ਼ਸ ਲੱਗ ਜਾਂਦੀਆਂ ਨੇ ਆਟੋਮੈਟਿਕਲੀ ਤੁਹਾਡੇ ਫੋਨ ਦੇ ਉੱਤੇ ਉਹ ਸਰਟੀਫਿਕੇਟ ਆ ਜਾਂਦਾ ਹੈ। ਉਹ ਡਾਊਨਲੋਡ ਕਰਕੇ ਤੁਹਾਨੂੰ ਉਹ ਸਿਹਤ ਮੁਲਾਜ਼ਮਾਂ ਨੂੰ ਜਾਂ ਪੁਲਿਸ ਮੁਲਾਜ਼ਮਾਂ ਨੂੰ ਦਿਖਾਉਣਾ ਪਏਗਾ ਕਿ ਤੁਹਾਡੇ ਦੋਵੇਂ ਡੋਜ਼ਸ ਲੱਗੀਆਂ ਹੋਈਆਂ ਨੇ। ਦੂਜਾ ਆਪਸ਼ਨ ਇਹ ਹੈ ਕਿ ਜੇਕਰ ਤੁਹਾਡੇ ਕੋਲ ਸਮਾਰਟਫੋਨ ਨਹੀਂ ਹੈ ਤਾਂ ਪ੍ਰਿੰਟ ਆਊਟ ਆਪਣੇ ਕੋਲ ਰੱਖਣਾ ਬੜਾ ਜ਼ਰੂਰੀ ਹੈ। ਕਿਸੇ ਵੀ ਸਾਈਬਰ ਕੈਫੇ ਤੋਂ ਉਹਦਾ ਪ੍ਰਿੰਟ ਆਊਟ ਕਢਾ ਕੇ ਤੁਹਾਡੀ ਜੇਬ ਦੇ ਵਿੱਚੋਂ ਹੋਣਾ ਚਾਹੀਦਾ ਹੈ, ਤਾਂ ਜੋ ਤੁਸੀਂ ਉਹ ਸਰਟੀਫਿਕੇਟ ਦਿਖਾ ਸਕੋ ਜਦੋਂ ਤੁਹਾਨੂੰ ਰੋਕਿਆ ਜਾਵੇ, ਜਦੋਂ ਤੁਹਾਨੂੰ ਪੁੱਛਿਆ ਜਾਵੇ ਕਿ ਤੁਹਾਨੂੰ ਦੋਵੇਂ ਡੋਜ਼ਸ ਲੱਗੀਆਂ ਨੇ ਕਿ ਨਹੀਂ ਲੱਗੀਆਂ। ਦੂਜਾ ਇੱਕ ਐਪ ਦੇ ਜ਼ਰੀਏ, ਆਯੁਸ਼ਮਾਨ ਐਪ ਦੇ ਜ਼ਰੀਏ ਵੀ ਤੁਸੀਂ ਉਹ ਦਿਖਾ ਸਕਦੇ ਹੋ ਕਿ ਤੁਹਾਨੂੰ ਦੋਵੇਂ ਡੋਜ਼ਸ ਲੱਗੀਆਂ ਹੋਈਆਂ ਨੇ, ਉਹ ਸਰਟੀਫਿਕੇਟ ਦਿਖਾ ਸਕਦੇ ਹੋ। ਪਰ ਇੱਕ ਵੱਡੀ ਰਾਹਤ ਵਾਲੀ ਖਬਰ ਜ਼ਰੂਰ ਹੈਗੀ, ਉਹ ਮੈਂ ਦੱਸ ਦਵਾਂ ਤੁਹਾਨੂੰ। ਰਾਹਤ ਵਾਲੀ ਖਬਰ ਇਹ ਹੈ ਕਿ ਜਿਹੜੀਆਂ ਨਵੀਆਂ ਪਾਬੰਦੀਆਂ ਨੇ ਇਹ 15 ਜਨਵਰੀ ਤੋਂ ਲਾਗੂ ਹੋਣਗੀਆਂ। ਯਾਨੀ ਕਿ ਤੁਹਾਡੇ ਕੋਲ 18 ਦਿਨ ਪੂਰੇ ਪਏ ਨੇ। ਹੁਣ ਸਵਾਲ ਦੋ ਖੜੇ ਹੁੰਦੇ ਨੇ ਕਿ ਇੰਨੀ ਜਲਦੀ, ਯਾਨੀ ਕਿ 18 ਦਿਨ ਪਹਿਲਾਂ ਪਾਬੰਦੀਆਂ ਐਲਾਨਣ ਦਾ ਕਾਰਨ ਕੀ ਹੈ, ਉਹ ਵੀ ਸਮਝਾਉਣਾ ਬੜਾ ਜ਼ਰੂਰੀ ਹੈ। ਕਿਉਂਕਿ ਜੇ ਤੁਰੰਤ ਪ੍ਰਭਾਵ ਦੇ ਨਾਲ ਇਹ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਤਾਂ ਉਹ ਲੋਕ ਜਿਨ੍ਹਾਂ ਨੇ ਸੈਕਿੰਡ ਡੋਜ਼ ਹਾਲੇ ਨਹੀਂ ਲਗਵਾਈ, ਉਹਨਾਂ ਕੋਲ ਮੌਕਾ ਨਾ ਹੁੰਦਾ ਕਿ ਉਹ ਸੈਕਿੰਡ ਡੋਜ਼ ਲਗਵਾ ਸਕਣ। ਇਸ ਕਰਕੇ ਲੋਕਾਂ ਦੀ ਖੱਜਲ ਖੁਆਰੀ ਖਤਮ ਹੋਵੇ। 18 ਦਿਨ ਪਹਿਲਾਂ ਹੀ ਇਹ ਪਾਬੰਦੀਆਂ ਲਗਾਈਆਂ ਗਈਆਂ ਨੇ ਤਾਂ ਜੋ 18 ਦਿਨਾਂ ਦੇ ਵਿੱਚ ਜਿਹੜੇ ਲੋਕਾਂ ਨੇ ਸੈਕਿੰਡ ਡੋਜ਼ ਲਗਵਾਉਣੀ ਹੈ, ਜਿਹੜੇ ਜਾਣਬੁੱਝ ਕੇ ਨਹੀਂ ਲਗਵਾ ਰਹੇ ਜਾਂ ਜਿਨ੍ਹਾਂ ਕੋਲ ਟਾਈਮ ਨਹੀਂ ਹੈ, ਜੋ ਸਮਾਂ ਨਹੀਂ ਕੱਢ ਪਾ ਰਹੇ, ਤਾਂ ਇਹਨਾਂ 18 ਦਿਨਾਂ ਦੇ ਵਿੱਚ ਆਪਣੀ ਸੈਕਿੰਡ ਡੋਜ਼ ਲਗਵਾ ਲੈਣ। ਜੇ ਉਹ 18 ਦਿਨਾਂ ਦੇ ਵਿੱਚ ਨਹੀਂ ਲਗਵਾਉਂਦੇ ਤਾਂ ਖੱਜਲ ਖੁਆਰੀ ਹੋਏਗੀ। ਨਾਲ ਹੀ ਇਹ ਵੀ ਕਿਹਾ ਗਿਆ ਕਿ ਇਹਨਾਂ ਹਦਾਇਤਾਂ ਨੂੰ ਸਖਤੀ ਨਾਲ ਪਾਲਣ ਕਰਨ ਦੇ ਹੁਕਮ ਦਿੱਤੇ ਗਏ ਨੇ ਸਰਕਾਰ ਵੱਲੋਂ ਕਿ ਇਹਨਾਂ ਹਦਾਇਤਾਂ ਨੂੰ ਸਖਤੀ ਨਾਲ, ਪਾਬੰਦੀਆਂ ਨੂੰ ਸਖਤੀ ਨਾਲ ਇਹਦੀ ਪਾਲਣਾ ਕਰਵਾਈ ਜਾਵੇ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ 18 ਦਿਨ ਪਹਿਲਾਂ ਹੀ ਕਿਵੇਂ ਸਰਕਾਰ ਨੂੰ ਪਤਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਵਿਗੜਨਗੇ ਜਾਂ ਹਾਲਾਤ ਸੁਧਰਨਗੇ। ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇਹਨਾਂ 18 ਦਿਨਾਂ ਦੇ ਵਿੱਚ ਕਿਵੇਂ ਦੀ ਸਟੇਜ ਅੱਗੋਂ ਆਉਣ ਵਾਲੀ ਹੈ ਪੰਜਾਬ ਦੇ ਵਿੱਚ, ਇਹ ਸਾਨੂੰ ਪਹਿਲਾਂ ਨਹੀਂ ਪਤਾ। ਇਹ ਹਦਾਇਤਾਂ ਨੇ ਜਿਹੜੀਆਂ ਇਹ ਬਦਲ ਵੀ ਸਕਦੀਆਂ ਨੇ, ਇਸ ਤੋਂ ਵੀ ਕੋਈ ਇਨਕਾਰ ਨਹੀਂ ਕਰ ਸਕਦਾ। ਜੇ ਗੱਲ ਦਿੱਲੀ ਦੀ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਯੈਲੋ ਅਲਰਟ ਜਾਰੀ ਹੋਇਆ, ਬਹੁਤ ਖਤਰਨਾਕ ਯੈਲੋ ਅਲਰਟ ਜਾਰੀ ਹੋਇਆ, ਜਿਸ ਦੇ ਵਿੱਚ ਬਹੁਤ ਸਖਤ ਪਾਬੰਦੀਆਂ ਜਿਹੜੀਆਂ ਉਹ ਦਿੱਲੀ ਸਰਕਾਰ ਵੱਲੋਂ ਲਗਾਈਆਂ ਗਈਆਂ ਨੇ। ਜਿਹੜੇ ਲੋਕ ਦਿੱਲੀ ਜਾਣਾ ਚਾਹੁੰਦੇ ਨੇ, ਕੋਈ ਆਪਣਾ ਪ੍ਰੋਗਰਾਮ ਰੱਖ ਰਹੇ ਨੇ, ਕੋਈ ਪਲਾਨ ਬਣਾ ਰਹੇ ਨੇ, ਤਾਂ ਉਹਨਾਂ ਲਈ ਇਹ ਹਦਾਇਤਾਂ ਸੁਣਨੀਆਂ ਬੜੀਆਂ ਜ਼ਰੂਰੀ ਨੇ। ਵਿਆਹ ਦੇ ਵਿੱਚ ਸਿਰਫ 20 ਲੋਕ ਸ਼ਾਮਲ ਹੋ ਸਕਣਗੇ, ਇਹ ਦਿੱਲੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ। ਵਿਆਹ ਦਾ ਮਤਲਬ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੈਟ ਟੂਗੈਦਰ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਸਮਾਗਮ ਕਰਨਾ ਹੈ, ਕੋਈ ਬਰਥਡੇ ਪਾਰਟੀ ਹੈ, ਕੋਈ ਨਿਊ ਈਅਰ ਪਾਰਟੀ ਹੈ, ਤਾਂ 20 ਤੋਂ ਵੱਧ ਲੋਕ ਨੇ ਜਿਹੜੇ ਉਹ ਸ਼ਾਮਲ ਨਹੀਂ ਹੋਣਗੇ ਇਨਡੋਰ ਦੇ ਵਿੱਚ। ਇਸੇ ਤਰ੍ਹਾਂ ਸਿਨੇਮਾ ਘਰ, ਸਪਾ, ਜਿਮ, ਸਪੋਰਟਸ ਕਲੱਬ ਅਤੇ ਆਡੀਟੋਰੀਅਮ ਮੁਕੰਮਲ ਤੌਰ ਤੇ ਬੰਦ ਰਹਿਣਗੇ ਨਵੀਆਂ ਹਦਾਇਤਾਂ ਆਉਣ ਤੋਂ ਪਹਿਲਾਂ।
ਮੈਟਰੋ ਬਾਰ ਤੇ ਰੈਸਟੋਰੈਂਟ ਦੇ ਵਿੱਚ ਸਿਰਫ 50% ਹੀ ਕਰਾਊਡ ਰਹੇਗਾ, 50% ਲੋਕ ਜਾ ਸਕਣਗੇ। ਸਕੂਲ ਤੇ ਕਾਲਜ ਮੁਕੰਮਲ ਤੌਰ ਤੇ ਬੰਦ ਰਹਿਣਗੇ ਤੇ ਰਾਤ ਦਾ ਕਰਫਿਊ ਉੱਥੇ ਲਗਾਇਆ ਹੋਇਆ, ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਗਿਆ। ਇਹ ਸਖਤ ਜਿਹੜੇ ਐਲਾਨ ਨੇ ਇਹ ਦਿੱਲੀ ਸਰਕਾਰ ਵੱਲੋਂ, ਕੇਜਰੀਵਾਲ ਸਰਕਾਰ ਵੱਲੋਂ ਲਏ ਗਏ ਨੇ, ਕਿਉਂਕਿ ਲਗਾਤਾਰ ਕੇਸਿਸ ਕਿਹਾ ਜਾ ਰਿਹਾ ਕਿ ਉੱਥੇ ਵੱਧ ਰਹੇ ਨੇ। ਬੜੇ ਸਾਰੇ ਲੋਕ ਨੇ ਜਿਹੜੇ ਉਹ ਤਰ੍ਹਾਂ ਤਰ੍ਹਾਂ ਦੇ ਸਵਾਲ, ਤਰ੍ਹਾਂ ਤਰ੍ਹਾਂ ਦੇ ਕਮੈਂਟਸ ਜ਼ਰੂਰ ਕਰਦੇ ਨੇ ਕਿ ਫਿਰ ਸਰਕਾਰਾਂ ਦੇ ਡਰਾਮੇ ਸ਼ੁਰੂ ਹੋ ਗਏ, ਫਿਰ ਹੁਣ ਸਰਕਾਰਾਂ ਇਹ ਸਭ ਕੁਝ ਕਰਨ ਲੱਗ ਗਈਆਂ। ਹੁਣ ਇਹਦੇ ਪਿੱਛੇ ਕੀ ਸੱਚਾਈ ਹੈ, ਕੀ ਨਹੀਂ ਸੱਚਾਈ, ਇਹ ਲੋਕ ਸਮਝਣ ਜਾਂ ਸਰਕਾਰਾਂ ਸਮਝਣ, ਪਰ ਸਾਡਾ ਮਕਸਦ ਸਿਰਫ ਇਹ ਹੁੰਦਾ ਕਿ ਸਰਕਾਰ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਸਰਕਾਰ ਵੱਲੋਂ ਜੋ ਪਾਬੰਦੀਆਂ ਲਗਾਈਆਂ ਗਈਆਂ ਨੇ, ਉਹ ਆਮ ਜਨਤਾ ਤੱਕ ਜ਼ਰੂਰ ਪਹੁੰਚਣੀਆਂ ਚਾਹੀਦੀਆਂ ਨੇ, ਤਾਂ ਜੋ ਆਮ ਲੋਕ ਨੇ ਜਿਹੜੇ ਉਹ ਖੱਜਲ ਖੁਆਰ ਨਾ ਹੋਣ। ਫਰਜ਼ ਕਰ ਲਓ ਕਿਸੇ ਨੇ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਬਣਾਇਆ ਜਾਂ ਦਿੱਲੀ ਕੋਈ ਪ੍ਰੋਗਰਾਮ ਹੈ, ਉਹਨੂੰ ਜੇ ਇਹਨਾਂ ਹਦਾਇਤਾਂ, ਇਹਨਾਂ ਗਾਈਡਲਾਈਨਸ ਬਾਰੇ ਨਾ ਪਤਾ ਲੱਗਿਆ ਤਾਂ ਉਹਦੇ ਵਾਸਤੇ ਦਿੱਕਤ ਹੋ ਸਕਦੀ ਹੈ। ਇਸੇ ਕਰਕੇ ਇਹ ਹਦਾਇਤਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਆ। ਪਰ ਪੰਜਾਬ ਦੇ ਲਈ ਇੱਕ ਚੰਗੀ ਤੇ ਰਾਹਤ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਨੇ ਇਹ 18 ਦਿਨ ਬਾਅਦ ਸ਼ੁਰੂ ਹੋਣੀਆਂ ਨੇ। 18 ਦਿਨ ਦੇ ਵਿੱਚ ਜਿਹੜੇ ਲੋਕ ਸੈਕਿੰਡ ਡੋਜ਼ ਜਿਨ੍ਹਾਂ ਦੀ ਡਿਊ ਹੈ, ਜਾਂ ਜਿਹੜੇ ਲੋਕ ਕਿਸੇ ਵੀ ਕਾਰਨ ਵਿੱਚ ਨਹੀਂ ਲਗਵਾ ਪਾਏ ਸੈਕਿੰਡ ਡੋਜ਼, ਉਹ ਲਗਵਾ ਲੈਣ ਤਾਂ ਬਿਹਤਰ ਰਹੇਗਾ। ਉਸ ਤੋਂ ਬਾਅਦ ਤੁਸੀਂ ਜਨਤਕ ਥਾਵਾਂ ਤੇ ਜਾ ਸਕੋਗੇ। ਹਾਲੇ ਤੱਕ ਇਹ ਦੱਸਿਆ ਨਹੀਂ ਗਿਆ ਕਿ ਜੇਕਰ ਸੈਕਿੰਡ ਡੋਜ਼ ਤੋਂ ਬਿਨਾਂ ਹੀ ਤੁਸੀਂ ਬਾਹਰ ਜਾਂਦੇ ਹੋ, ਜੇ ਫੜੇ ਜਾਂਦੇ ਹੋ ਤਾਂ ਜੁਰਮਾਨਾ ਤੁਹਾਨੂੰ ਲੱਗੇਗਾ ਕਿ ਨਹੀਂ ਲੱਗੇਗਾ, ਕਿਉਂਕਿ ਚੰਡੀਗੜ੍ਹ ਦੇ ਵਿੱਚ ਤਾਂ ਹੈਗਾ ਕਿ 500 ਰੁਪਏ ਤੁਹਾਨੂੰ ਮੌਕੇ ਤੇ ਹੀ ਜੁਰਮਾਨਾ ਲਗਾਇਆ ਜਾਏਗਾ। ਜ਼ਰੂਰੀ ਹੈ ਕਿ ਇਦਾਂ ਦਾ ਕੋਈ ਪ੍ਰਾਵਧਾਨ ਜ਼ਰੂਰ ਪੰਜਾਬ ਸਰਕਾਰ ਦਾ ਹੋਏਗਾ। 18 ਦਿਨ ਤੋਂ ਪਹਿਲਾਂ ਇਹ ਗਾਈਡਲਾਈਨਸ ਬਦਲ ਵੀ ਸਕਦੀਆਂ ਨੇ, ਪਰ ਫਿਲਹਾਲ ਜੋ ਹਦਾਇਤਾਂ, ਜੋ ਪਾਬੰਦੀਆਂ ਨੇ, ਉਹ ਇਹੀ ਨੇ ਕਿ ਪੰਜਾਬ ਦੇ ਵਿੱਚ ਕਿਸੇ ਵੀ ਜਨਤਕ ਥਾਂ ਤੇ ਜਾਣ ਦੇ ਲਈ ਤੁਹਾਨੂੰ ਸੈਕਿੰਡ ਡੋਜ਼ ਲੱਗੀ ਹੋਣੀ ਜ਼ਰੂਰੀ ਹੈ। ਪੂਰੀ ਤਰ੍ਹਾਂ ਵੈਕਸੀਨੇਟਡ ਹੋਣਾ ਤੁਹਾਡਾ ਬਹੁਤ ਜ਼ਰੂਰੀ ਹੈ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।